Hello student, welcome back to my channel. Let's discuss next topic of chapter 10th which is image formation by convex mirror. So ਅਸੀਂ convex mirror ਦੇ ਦੁਆਰਾ ਜੋ image formation ਹੁੰਦੀਆਂ ਹੈ ਉਹਦੇ ਬਾਰੇ ਪੜਨ ਜਾ Let's start with the first formation when object is placed between infinity and a pole of the convex mirror. ਜਦੋਂ ਤੁਹਾਡੀ ਵਸਤੂ ਆਬਜੈਕਟ ਜਿਹੜੀ ਇਨਫਿਨਿਟੀ ਮਤਲਬ ਅਨੰਤ ਤੋਂ ਲੈ ਕੇ ਪੋਲ ਦੇ ਵਿਚਕਾਰ ਰੱਖੀ ਜਾਵੇ। ਸੋ ਸਭ ਤੋਂ ਪਹਿਲਾਂ ਕਰ ਬੱਚੇ ਕੀ ਕਰਨਾ, ਤੁਸੀਂ ਇੱਕ ਕਨਵੈਕਸ ਮਿਰਰ ਲੈਣਾ। ਕਨਵੈਕਸ ਮਿਰਰ ਕਿਹੜਾ ਮਿਰਰ ਹੁੰਦਾ ਆ, ਜਿਹਦੇ ਅੰਦਰਲੇ ਪਾਸਿਓਂ ਪੋਲਿਸ਼ ਕੀਤਾ ਹੁੰਦਾ ਤੇ ਬਾਹਰਲੇ ਪਾਸਿਓਂ ਤੁਹਾਨੂੰ ਆਪਣਾ ਫੇਸ ਦਿਖਾਈ ਦਿੰਦਾ ਆ। ਜਿੱਦਾਂ ਕਿ ਤੁਹਾਨੂੰ ਯਾਦ ਆ ਸਕੂਟੀ ਦੇ ਜਿਹੜੇ ਸ਼ੀਸ਼ੇ ਹੁੰਦੇ ਉਹ ਕਿਹੜੇ ਹੁੰਦੇ ਆ, ਕਨਵੈਕਸ ਮਿਰਰ ਹੁੰਦੇ ਆ। ਠੀਕ ਆ, ਉੱਥੋਂ ਯਾਦ ਰੱਖਣਾ। ਹੁਣ ਅਸੀਂ ਕੀ ਕੀਤਾ, ਆਹ ਪੁਆਇੰਟ ਕੀ ਸੀ ਤੁਹਾਡਾ ਪੋਲ, ਅਸੀਂ ਆਬਜੈਕਟ ਨੂੰ ਬਿਲਕੁਲ ਸਾਹਮਣੇ ਰੱਖਣਾ। ਹੁਣ ਧਿਆਨ ਦਿਓ ਬੱਚੇ, ਇੱਕ ਰੇ ਆਫ ਲਾਈਟ ਬਿਲਕੁਲ ਸਿੱਧੀ ਜਾਂਦੀ ਆ, ਠੀਕ ਹੈ, ਇੱਥੇ ਗਈ ਔਰ ਟਕਰਾਈ ਤਾਂ ਵਾਪਸ ਚਲੇਗੀ ਪਿੱਛੇ ਵੱਲ ਨੂੰ। ਠੀਕ ਹੈ, ਟਕਰਾ ਕੇ ਕੀ ਹੋਗੀ, ਪਿੱਛੇ ਵੱਲ ਚਲੇਗੀ। ਇੱਕ ਰੇ ਆਫ ਲਾਈਟ ਆਈ, ਕੀ ਹੋਏਗਾ, ਪੋਲ ਤੋਂ ਟਕਰਾ ਕੇ ਪਿੱਛੇ ਵੱਲ ਨੂੰ ਚਲੇ ਜਾਏਗੀ, ਸੇਮ ਮੀਡੀਅਮ ਦੇ ਵਿੱਚ ਵਾਪਸ ਚਲੀ ਜਾਏਗੀ। ਇੱਧਰ ਨੂੰ ਆਈ, ਟਕਰਾਈ ਤਾਂ ਵਾਪਸ ਚਲੇਗੀ। ਕਲੀਅਰ ਹੋ ਗਿਆ। ਹੁਣ ਅਸੀਂ ਕੀ ਕੀਤਾ, ਆਹੀ ਵਾਲੀ ਰੇ ਨੂੰ ਬੱਚੇ ਸਕੇਲ ਰੱਖੋ ਔਰ ਬਿਲਕੁਲ ਪਿੱਛੇ ਵੱਲ ਲੈ ਜਾਓ। ਜਿੱਥੇ ਵੀ ਜਾ ਕੇ ਟਕਰਾਏਗੀ ਆਹ ਵਾਲਾ ਪੁਆਇੰਟ, ਠੀਕ ਆ, ਉਹ ਤੁਹਾਡਾ ਕੀ ਬਣ ਜਾਊਗਾ, ਫੋਕਸ। ਕਲੀਅਰ ਹੋ ਗਈ ਬੱਚੇ ਆ ਚੀਜ਼। ਸੋ ਅਸੀਂ ਹੁਣ ਕੀ ਕਰਨਾ, ਆਪਣਾ ਸਕੇਲ ਰੱਖੋ, ਆਹ ਤੁਹਾਡਾ ਬੱਚੇ ਫੋਕਸ ਆ, ਆਹ ਵਾਲੀ ਪੂਰੀ ਲਾਈਨ ਦੇ ਉੱਪਰ ਅੱਗੇ ਜਾ ਕੇ ਕਿਤੇ ਸੈਂਟਰ ਵੀ ਹੋਏਗਾ। ਠੀਕ ਆ, ਪੋਲ ਤੋਂ ਫੋਕਸ, ਫੋਕਸ ਤੋਂ ਸੈਂਟਰ ਦੇ ਵਿਚਕਾਰਲੀ ਕੀ ਦੂਰੀ ਬਰਾਬਰ ਹੁੰਦੀ ਆ। ਹੁਣ ਆਪਣਾ ਸਕੇਲ ਰੱਖੋ ਇਸ ਪੁਆਇੰਟ ਦੇ ਉੱਪਰ ਤੇ ਦੂਸਰਾ ਸਕੇਲ ਦਾ ਪੁਆਇੰਟ ਰੱਖੋ ਇੱਥੇ। ਤਾਂ ਆਪਣਾ ਸਕੇਲ ਬਿਲਕੁਲ ਸਿੱਧਾ ਰੱਖ ਕੇ ਦੋਨੋਂ ਪੁਆਇੰਟ ਦੇ ਉੱਪਰ ਇਹਨੂੰ ਇਸ ਤਰੀਕੇ ਦੇ ਨਾਲ ਪੁਆਇੰਟ ਨੂੰ ਮੀਟ ਕਰ ਦਿਓ। ਬੱਚੇ ਸਕੇਲ ਯੂਜ਼ ਕਰ ਲੈਣਾ, ਠੀਕ ਹੈ, ਇਸ ਤਰੀਕੇ ਨਾਲ। ਹੁਣ ਦੇਖੋ ਗ੍ਰੀਨ ਵਾਲੀ ਔਰ ਰੈੱਡ ਵਾਲੀ ਲਾਈਨ ਇੱਕ ਪਰਟੀਕੂਲਰ ਪੁਆਇੰਟ ਦੇ ਉੱਤੇ ਕੱਟਦੀ ਪਈ ਆ, ਕੱਟ ਰਹੀ ਆ। ਠੀਕ ਹੈ, ਜਿੱਥੇ ਵੀ ਉਹ ਕੱਟ ਰਹੀ ਆ ਉੱਥੇ ਤੁਹਾਡੀ ਇਮੇਜ ਬਣ ਜਾਊਗੀ। ਠੀਕ ਹੈ, ਉਹਦਾ ਅਸੀਂ ਨਾਮ, ਅਗਰ ਇਹਦਾ ਨਾਮ A ਔਰ B ਆ ਔਰ ਇਹਦਾ ਨਾਮ ਕੀ ਹੋਏਗਾ, A ਡੈਸ਼ B ਡੈਸ਼। ਕਲੀਅਰ ਹੋ ਗਿਆ। ਇਸ ਤਰੀਕੇ ਨਾਲ ਤੁਹਾਡੀ ਇਮੇਜ ਫਾਰਮੇਸ਼ਨ ਹੋ ਜਾਏਗੀ। ਸੋ ਧਿਆਨ ਨਾਲ ਦੇਖ ਲਓ, ਇਸ ਤਰੀਕੇ ਨਾਲ ਤੁਹਾਡੀ ਇਮੇਜ ਬਣ ਜਾਏਗੀ। ਉਹ ਮੈਂ ਫ੍ਰੀ ਹੈਂਡ ਬਣਾ ਕੇ ਦਿਖਾਇਆ ਸੀ, ਤੁਸੀਂ ਸਿੰਪਲੀ ਇਸ ਤਰੀਕੇ ਨਾਲ ਬਣਾ ਸਕਦੇ ਆ। ਬੱਚੇ ਡਾਇਗਰਾਮ ਕੱਲੀ 1 ਮਾਰਕਸ ਦੀ ਜਾਂ 2 ਮਾਰਕਸ ਦੀ ਹੋ ਸਕਦੀ ਆ, ਇਸ ਕਰਕੇ ਡਾਇਗਰਾਮ ਤੇ ਜ਼ਿਆਦਾ ਧਿਆਨ ਦੇਣਾ ਆ। ਕਲੀਅਰ ਹੋ ਗਿਆ। ਸੋ ਆਬਜੈਕਟ ਜਿਹੜਾ ਆ ਪੋਲ ਤੋਂ ਪਿੱਛੇ ਰੱਖਿਆ ਗਿਆ। ਇਮੇਜ ਫਾਰਮੇਸ਼ਨ ਇਜ਼ ਵਰਚੁਅਲ, ਵਰਚੁਅਲ ਮਤਲਬ ਝੂਠੀ ਮੂਠੀ ਬਣਦੀ ਹੈ, ਇਰੈਕਟ ਮਤਲਬ ਸਿੱਧੀ ਬਣਦੀ ਹੈ। ਦੇਖ ਲਓ ਆ ਵੀ ਪ੍ਰਿੰਸੀਪਲ ਐਕਸਿਸ ਦੇ ਉੱਪਰ ਆਬਜੈਕਟ ਔਰ ਇਮੇਜ ਵੀ ਪ੍ਰਿੰਸੀਪਲ ਐਕਸਿਸ ਦੇ ਉੱਪਰਲੇ ਪਾਸੇ ਆ। ਇਹਦਾ ਮਤਲਬ ਇਰੈਕਟ ਦਾ ਮਤਲਬ ਕੀ ਆ, ਸਿੱਧੀ ਬਣਦੀ ਆ। ਠੀਕ ਹੈ, ਨੈਕਸਟ ਦੇਖੋ, image is formed between the pole and the principal focus. pole ਤੇ principal focus, pole ਤੇ F ਦੇ ਵਿਚਕਾਰ ਜਿਹੜੀ ਤੁਹਾਡੀ ਇਮੇਜ ਬਣਦੀ ਆ, image formation between the pole and a principal focus of a convex mirror and behind the convex mirror, convex mirror ਦੇ ਪਿੱਛੇ ਬਣਦੀ ਆ। ਇਹ ਕੀ ਆ, behind। ਬੱਚੇ ਦੇਖੋ ਇਹ ਜਿੱਥੇ ਆਬਜੈਕਟ ਰੱਖਿਆ ਆ, ਇਹ ਉਹ ਪਾਸਾ ਹੈ ਜਿੱਥੇ ਤੁਹਾਨੂੰ ਖੜ ਕੇ ਆਪਣਾ ਮੂੰਹ ਦਿਖਾਈ ਦਿੰਦਾ ਆ। ਠੀਕ ਆ, ਸੋ ਇਹਦਾ ਪਿੱਛੇ ਵਾਲਾ ਪਾਸਾ ਕੀ ਹੋ ਗਿਆ, ਬਿਹਾਈਂਡ, ਇਹਦੇ ਪਿਛਲੇ ਪਾਸੇ ਬਣਦੀ ਆ। ਇਮੇਜ ਫਾਰਮੇਸ਼ਨ ਇਜ਼ ਆਫ ਸਮਾਲ ਸਾਈਜ਼, ਤਾਂ ਤੁਹਾਡੀ ਜਿਹੜੀ ਇਮੇਜ ਬਣਦੀ ਆ, ਪ੍ਰਤੀਬਿੰਬ ਬਣਦਾ ਆ, ਉਹ ਛੋਟਾ ਬਣਦਾ। ਆਪਣੇ ਸਕੂਟਰੀ ਦਾ ਸ਼ੀਸ਼ਾ ਤੁਹਾਨੂੰ ਯਾਦ ਹੋਏਗਾ ਬੱਚੇ, ਟਰੱਕ ਦੇਖਣ 'ਚ ਕਿੰਨਾ ਵੱਡਾ ਹੁੰਦਾ ਆ, ਜਾਂ ਪਿੱਛੇ ਜਿਹੜੀ ਰੋਡ ਹੁੰਦੀ ਆ ਉਹ ਕਿੰਨੀ ਵੱਡੀ ਹੁੰਦੀ, ਪਰ ਤੁਹਾਨੂੰ ਸਕੂਟਰੀ ਦੇ ਸ਼ੀਸ਼ੇ ਦੇ ਵਿੱਚ ਪਿਛਲੇ ਵਾਲਾ ਸਾਰਾ ਏਰੀਆ ਦਿਖਾਈ ਦਿੰਦਾ। ਇੰਨਾ ਵੱਡਾ ਟਰੱਕ ਤੁਹਾਨੂੰ ਤੁਹਾਡੀ ਸਕੂਟਰੀ ਦੇ ਵਿੱਚ ਛੋਟਾ ਜਿਹਾ ਦਿਖਾਈ ਦਿੰਦਾ ਆ ਸ਼ੀਸ਼ੇ ਦੇ ਵਿੱਚ। ਠੀਕ ਆ, ਇਹਦਾ ਮਤਲਬ ਇਮੇਜ ਕੀ ਹੁੰਦੀ ਆ, ਸਮੌਲ ਹੁੰਦੀ ਆ। ਕਲੀਅਰ ਹੋ ਗਿਆ। ਸੋ ਨੈਕਸਟ ਦੇਖੋ, ਵੈਨ ਆਬਜੈਕਟ ਇਜ਼ ਪਲੇਸਡ ਐਟ ਇਨਫਿਨਿਟੀ। ਹੁਣ ਮੰਨ ਲਓ ਇਨਫਿਨਿਟੀ ਤੋਂ ਰੇਜ਼ ਆ ਰਹੀਆਂ ਆ, ਇਨਫਿਨਿਟੀ ਮਤਲਬ ਮੰਨ ਲਓ ਚੰਦ ਤਾਰੇ ਸੂਰਜ ਡਾਇਰੈਕਟ ਉੱਥੋਂ ਰੇਜ਼ ਆ ਰਹੀਆਂ। ਸੋ ਰੇਜ਼ ਬਿਲਕੁਲ ਪੈਰਲਲ ਆਈ, ਇੱਥੇ ਟਕਰਾਈ ਔਰ ਇੱਥੋਂ ਵਾਪਸ ਮੁੜ ਗਈ ਇਸ ਡਾਇਰੈਕਸ਼ਨ ਦੇ ਵਿੱਚ। ਸਿਮਿਲਰਲੀ ਇੱਕ ਹੋਰ ਲਾਈਨ ਆਈ, ਇੱਥੇ ਟਕਰਾਈ, ਠੀਕ ਹੈ, ਟਕਰਾ ਕੇ ਇਸ ਡਾਇਰੈਕਸ਼ਨ ਦੇ ਵਿੱਚ ਵਾਪਸ ਮੁੜ ਗਈ। ਹੁਣ ਦੇਖਿਆ ਜਾਵੇ ਉੱਪਰ ਵਾਲੀ ਲਾਈਨ ਬੱਚੇ ਇੱਧਰ ਨੂੰ ਮੁੜ ਗਈ ਔਰ ਨੀਚੇ ਵਾਲੀ ਲਾਈਨ ਇੱਧਰ ਨੂੰ ਮੁੜ ਗਈ, ਤਾਂ ਰੇਜ਼ ਆਫ ਲਾਈਟ ਕਿਤੇ ਮਿਲੀਆਂ ਹੀ ਨਹੀਂ। ਤਾਂ ਅਸੀਂ ਕੀ ਕਰਨਾ, ਖੁਦ ਇਹਨੂੰ ਪਿੱਛੇ ਵੱਲ ਇਨਕਰੀਜ਼ ਕਰ ਦਿੱਤਾ, ਤਾਂ ਇੱਕ ਪੁਆਇੰਟ F ਦੇ ਉੱਪਰ ਜਾ ਕੇ ਟਕਰਾਉਂਦੀਆਂ ਆ, ਜਿੱਥੇ ਤੁਹਾਡੀ ਇਮੇਜ ਬਣ ਜਾਂਦੀ ਆ। ਕਲੀਅਰ ਹੋ ਗਿਆ। ਸੋ ਕਿਉਂਕਿ ਅਸੀਂ ਇਹ ਖੁਦ ਮਿਲਾਈਆਂ, ਆਪਣੇ ਆਪ ਰੇਜ਼ ਆਫ ਲਾਈਟ ਨਹੀਂ ਮਿਲੀਆਂ, ਤਾਂ ਇਹਨਾਂ ਨੂੰ ਕੀ ਬੋਲਦੇ ਆ, ਵਰਚੁਅਲ ਐਂਡ ਇਰੈਕਟ। ਝੂਠੀ ਮੂਠੀ ਵਾਲੀ ਇਮੇਜ ਬਣੀ ਹੈ, ਇਰੈਕਟ ਮਤਲਬ ਸਿੱਧੀ ਇਮੇਜ ਬਣੂਗੀ। ਇਮੇਜ ਆਫ ਦਾ ਆਬਜੈਕਟ ਇਜ਼ ਫਾਰਮਡ ਬਿਹਾਈਂਡ ਦਾ ਕਨਵੈਕਸ ਮਿਰਰ, ਕਨਵੈਕਸ ਮਿਰਰ ਦੇ ਪਿੱਛੇ ਜਾ ਕੇ ਜਿਹੜੀ ਆ ਤੁਹਾਡੀ
इमेज बनी आ। इमेज फॉर्मेशन इज हाईली डिमनिश्ड। डिमनिश का मतलब हुंदा है स्मॉल, तुसी सिंपल स्मॉल भी लिख सकते हैं। इमेज फॉर्मेशन इज स्मॉल, जिहड़ी तुहाडी इमेज आ स्मॉल आ। बच्चे कन्वैक्स मिरर के केस दे विच हुण तुसी एक चीज़ देखी है कि इहदे विच तां रियल इमेज ही नहीं बनती। इह की आ, रियल इमेज बनती ही नहीं। तो बच्चे तुसी अपनी कॉपी के उपर की करो, इनू साइड ते किते लिख लो ताकि तुहानू ये चीज़ याद रहे कि कन्वैक्स मिरर दे विच रियल इमेज कदे भी नहीं बनती और वर्चुअल इमेज बन सकती है। वर्चुअल इमेज के 2 केस आ, सो इत्थे लिख लो 2 केस। इहदा मतलब असी कनकेव दे विच 6 केस कीते सी, उहदे विच रियल इमेज भी बनती है तो वर्चुअल भी बनती है। बट कन्वैक्स के केस दे विच कदे भी रियल इमेज नहीं बनती, हमेशा वर्चुअल इमेज ही बनती, झूठी मूठी वाली बनती है। सो 2 केस सी बच्चे असी दोनों कंप्लीट कर लिए। सो इनू लर्न करन दा तरीका की आ, अपने पेज के उपर अलग तो इस तरीके ना बना लो। बच्चे जस्ट लर्न करन दा मैथड आ, कदे पेपर च डायरैक्ट नहीं आ सकता, सिर्फ लर्न करन दा मैथड दसदी आ कि एक रे डायग्राम बना लो इस तरीके दे नाल। फिर की आ, तुसी ऑब्जेक्ट नू कित्थे रखिया, बिटवीन इमेज एंड पोल, ठीक है, इनफिनिटी ते पोल दे विचकार रखिया, पोल ते इनफिनिटी दे विचकार रखिया। तो तुहाडी इमेज कित्थे बनी, पोल और फोकस दे विचकार। सो इमेज की पोजीशन की आ, बिहाइंड द मिरर, बिहाइंड मतलब पिछे बनी आ, तां बिटवीन द फोकस एंड द पोल, फोकस और पोल दे विचकार बनी आ। किद्दां दी इमेज बनी, ਉਹਦਾ नेचर किद्दां दा आ। पहली गल ये झूठी मूठी आ, वर्चुअल आ, छोटी आ, स्मॉल आ, सीधी बनी आ तां इरैक्ट आ। क्लीयर हो गया। सैकेंड टाइप किहड़ी सीगी, जदों तुसीं इनफिनिटी तो रेज लैके आने, इनफिनिटी तो रेज लैके आए इस तरीके ना पिछे वाल नूं चले गई, इनू पिछे वाल इनक्रीज किया तो एक पॉइंट के उपर जाके मीट हो रही है। सो ऑब्जेक्ट कित्थे रखिया सी, ऑब्जेक्ट बच्चे कित्थे रखिया तुसीं, इनफिनिटी के उपर। इमेज कित्थे बनी आ तुहाडी, बिहाइंड, पिछले पासे बनी आ, बिहाइंड द मिरर एट फोकस, और फोकस के उपर बनी आ। क्लीयर हो गया। दूसरी गल, हुण इमेज बनी किद्दां दी, नेचर किद्दां दा। पहली गल तो वर्चुअल आ, झूठी मूठी आ, क्योंकि डॉटेड लाइन्स के नाल बनी आ, ठीक है। दूसरा ये पॉइंट साइज आ, पॉइंट साइज आ मतलब बहुत छोटे जे साइज आ। इरैक्ट का मतलब की आ, सीधी बनी आ। क्लीयर हो गया। सो नैक्सट की है यूजेस ऑफ कन्वैक्स मिरर। सो कन्वैक्स मिरर असी कित्थे कित्थे यूज करते हैं। सो कन्वैक्स मिरर मोस्ट ਜਿਹੜਾ कॉमनली यूज़ किया जाता साडे वहीकल्स दे विच, साडी स्कूटरी दे विच। एक एग्जाम्पल इस तरीके नाल देख लो, जदों तुसी कार या स्कूटी दे विच जाने, तुहानूं पिछों सारा व्यू दिखदा आ, इन्ने वड्डे वड्डे दरखत भी तुहानूं एक सिंपल छोटे जे शीशे दे विच पूरा एरिया दिख रहा आ। इहदा मतलब रियल व्यू मिरर इनूं बोलिया जांदा कि सारे दा सारा पोर्शन वहीकल दे विच सानूं दिखदा आ। Convex mirror is used in a street light to divert light over a large area। हुण असी कन्वैक्स मिरर क्यों यूज करते, मान लो बच्चे तुहाडा बल्ब आ, ठीक है, इत्थे तुसी एक बल्ब लगाया और इहदे अगे जिहड़ा तुसी कन्वैक्स मिरर लगाता, उद्दां लाइट किद्दां जानी सी तुहाडी सीधी। अगर कन्वैक्स लगाई मतलब इहने खिलारनी है रेज ऑफ लाइट नूं, सो तुहाडी रेज ऑफ लाइट इस तरीके नाल जाऊगी। इहदा मतलब मैक्सीमम लाइट दूर तक फैलूगी। इस करके जिहड़ा बच्चे तुसी कदे देखिया सड़कों के उत्ते जिहड़े लैंप लगे हुंदे आ, ਜਿਹੜੇ रात ਨੂੰ लैंप लगाए जाते सड़क के उपर स्ट्रीट लाइट्स होंगे, ਉਹਦੇ कदे ध्यान नाल शीशा देखो बच्चों, नीचे इस तरीके नाल हुंदा आ, ठीक है। सो इस तरीके नाल क्यों हुंदा, क्योंकि वो कन्वैक्स हुंदा आ। कन्वैक्स की करदा, रेज ऑफ लाइट नूं डाइवर्ज करदा। डाइवर्ज का मतलब हुंदा आ खिलार दिंदा, रेज ऑफ लाइट नूं खिलार दिंदा। सो दूर तक रेज ऑफ लाइट जिहड़ियां आ जा सकदियां आ। सो तुहाडे दिमाग दे विच होर भी जो कन्वैक्स मिरर दियां एग्जाम्पल्स आंदियां तुसीं लिख सकदे आ। तुसीं मोस्ट प्रॉबली देखते हैं कि अजकल सड़कों के उत्ते इस तरीके के जिहड़े शीशे लगे हुए आ, मिरर यूज़ किए जाते हैं। कदे ध्यान देना, तुहाडे पिंड तो तुहाडे शहर तो जदों तुसीं बाहर निकलते हैं तो इस तरीके के जिहड़े मिरर्स यूज़ किए जाते हैं। क्यों यूज़ किए जाते हैं कि इधरों अगर कोई स्कूटर मोटरसाइकिल आ रहा तो अपने पिछे वाला एरिया या आस पास वाला एरिया सारा देख सकता होवे। स्पैशली मोड्स ते लगाया जाता है। मोड़ ते क्यों लगाया जाता कि अगर दूसरी साइड तो कोई स्कूटर मोटरसाइकिल आ रहा तो तुहानूं ईजीली दिख जाए, अगर वो नज़दीक आ तो कोई एक्सीडेंट वगैरह नहीं होएगा। सो उत्थे तुसीं कन्वैक्स मिरर्स यूज़ कर सकते हैं। क्लीयर हो गया। सो बच्चे तुहाडी NCERT दी बुक दे विच पेज नंबर 168 ते क्वेश्चन आ, वाई डू वी प्रेफर अ कन्वैक्स मिरर एज अ रियल व्यू मिरर इन वहीकल्स। कहंदे कि असी कन्वैक्स मिरर ही क्यों यूज़ करते हैं रियल व्यू मिरर दे लई, ठीक है। क्यों यूज़ करते हैं, बिकॉज दिस मिरर फॉर्म्स एन इरैक्ट एंड डिमनिश इमेज। इरैक्ट मतलब सीधी, ठीक है, सीधी इमेज बनाता है।
ਹੁਣ ਤੁਹਾਨੂੰ ਯਾਦ ਹੋਏਗਾ ਸਕੂਟੀ ਦੇ ਵਿੱਚ ਜਦੋਂ ਤੁਸੀਂ ਬੱਚੇ ਸ਼ੀਸ਼ੇ ਦੇ ਵਿੱਚੋਂ ਪਿਛਲਾ ਵਿਊ ਦੇਖਦੇ ਆ ਤਾਂ ਤੁਹਾਨੂੰ ਟਰੀਜ਼ ਬਿਲਕੁਲ ਸਿੱਧੇ ਦਿਖਾਈ ਦਿੰਦੇ ਆ। ਇਹ ਤਾਂ ਨਹੀਂ ਵੀ ਤੁਹਾਨੂੰ ਟਰੀਜ਼ ਉਲਟੇ ਦਿਖਾਈ ਦਿੰਦੇ ਆ, ਬਿਲਕੁਲ ਸਿੱਧੇ ਦਿਖਾਈ ਦਿੰਦੇ। ਡਿਮਿਨਿਸ਼ ਮਤਲਬ ਕਿ ਸਮੌਲ ਸਾਈਜ਼ ਦੇ ਦਿਖਾਈ ਦਿੰਦੇ ਆ। ਆਫ ਐਨ ਆਬਜੈਕਟ ਬਿਹਾਈਂਡ ਦ ਵਹੀਕਲਸ, ਤੁਹਾਡੇ ਵਹੀਕਲ ਦੇ ਪਿਛਲੇ ਪਾਸੇ ਜੋ ਵੀ ऑब्जेक्ट पिया हुंदा। Since the image of the object formed in a small in size, so image किद्दां दी बनदी ऑब्जेक्ट दी small size दी, so the field of the view is increased ਤਾਂ ਕਿ ਅਸੀਂ ਵੱਡੇ ਸਾਰੇ ਏਰੀਏ ਨੂੰ ਛੋਟੇ ਜਿਹੇ ਪਾਰਟ ਦੇ ਵਿੱਚ ਦੇਖ ਸਕੀਏ। ਇਟ ਮੀਨਸ ਇਹਦਾ ਮਤਲਬ ਕੀ ਆ, ਦ ਡਰਾਈਵਰ ਆਫ ਦ ਵਹੀਕਲ, ਡਰਾਈਵਰ ਮਤਲਬ ਮੰਨ ਲਓ ਤੁਸੀਂ ਕਾਰ ਚਲਾ ਰਹੇ ਆ ਜਾਂ ਤੁਸੀਂ ਸਕੂਟੀ ਚਲਾ ਰਹੇ ਆ ਤਾਂ ਉਹ ਪਰਸਨ, ਠੀਕ ਆ, ਦ ਪਰਸਨ ਆਫ ਦ ਵਹੀਕਲ ਕੈਨ ਸੀ ਦ ਟ੍ਰੈਫਿਕ ਓਵਰ ਅ ਲਾਰਜ ਏਰੀਆ ਬਿਹਾਈਂਡ ਹਿਜ਼ ਵਹੀਕਲ, ਤਾਂ ਉਹ ਆਪਣੇ ਵਹੀਕਲ ਦੇ ਪਿੱਛੇ ਜਿੰਨਾ ਵੀ ਵੱਡਾ ਕਹਿ ਲਓ ਟ੍ਰੈਫਿਕ ਹੋਵੇ ਉਹ ਸਾਰੇ ਦਾ ਸਾਰੇ ਟ੍ਰੈਫਿਕ ਨੂੰ ਇੱਕ ਛੋਟੇ ਜਿਹੇ ਮਿਰਰ ਦੇ ਵਿੱਚ ਈਜ਼ੀਲੀ ਦੇਖ ਸਕਦਾ। ਦਿਸ ਮਿਰਰ ਇਜ਼ ਆਲਸੋ ਨੋਨ ਐਜ਼ ਅ ਡਰਾਈਵਰਸ ਮਿਰਰ, ਇਸ ਕਰਕੇ ਇਹਨੂੰ ਡਰਾਈਵਰ ਦਾ ਮਿਰਰ ਵੀ ਕਿਹਾ ਜਾਂਦਾ ਆ। ਕਲੀਅਰ ਹੋ ਗਿਆ? ਸੋ ਡਰਾਈਵਰਸ ਮਿਰਰ ਵੀ ਆ ਸਕਦਾ ਆ, ਰੀਅਲ ਵਿਊ ਮਿਰਰ ਵੀ ਆ ਸਕਦਾ। ਸੋ ਇਹ ਬੱਚਾ ਤੁਹਾਡੇ NCERT ਦੀ ਬੁੱਕ ਦੇ ਵਿੱਚੋਂ ਕੁਐਸਚਨ ਲਿਆ ਗਿਆ ਜੋ ਤੁਸੀਂ ਆਪਣੀ ਕਾਪੀ ਦੇ ਉੱਪਰ ਲਿਖਣਾ ਆ, ਠੀਕ ਹੈ। ਅਗਰ ਇਸ ਪੂਰੇ ਲੈਕਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਹੋਵੇ, ਕੋਈ ਟੌਪਿਕ ਸਮਝ ਨਾ ਲੱਗਿਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਥੈਂਕ ਯੂ ਸੋ ਮਚ।